सतनाम करता पुरख निरभौ निर्वैर अकाल मूरत अजूनी सैभं गुर प्रसाद। महान दिवस मुहूर्त भले जिसको नदर करे, नानक मंगै दर्श दान कृपा करो हरे। बेदस महा रुति थिति वार भले, घड़ी मुहत पल साचे आए सहज मिले। सतनाम वाहिगुरु साहिब जियो। 12 महा मांझ महला पंजवा, कर चौथा एक ओंकार सतगुर प्रसाद। असुन प्रेम उमाहड़ा, क्यों मिलिए हर जाए। मन तन प्यास दर्शन घणी, कोई आन मिलावे माय। असुन प्रेम उमाहड़ा, क्यों मिलिए हर जाए। मन तन प्यास दर्शन घणी, कोई आन मिलावे माय। संत सहाई प्रेम के, हाँ तिनकै लागा पाए। विण प्रभ क्यों सुख पाइयै, दूजी नाही जाय। जिन्हीं चाखिया प्रेम रस, से तृप्त रहे आघाए। आप त्याग बिनती करें, ले प्रभु लड़ लाए। जो हर कंत मिलाइयां, से विछुड़ कतै ना जाए। प्रभ विण दूजा को नहीं, नानक हर शरणाय। असों सुखी वसंदिया, जिन्हा मया हर राय। प्रभ विण दूजा को नहीं, नानक हर शरणाय। असों सुखी वसंदिया, जिन्हा मया हर राय। वाहिगुरु जी का खालसा, वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी। गुरु पातशाह जी दी अजीम अपार बख्शिश, संध्या समय असी गुरदरबार हाजिर हो पाए हैं। अजे हुणे आप गुरबाणी कीर्तन सरवण कर रहे सी। हुण अगलेरा समा गुर शब्द व्याख्या दा है। इस गोचरे जो रचना आप जी ने अजे हुणे पाठ रूप में सरवण की है, यह माज राग का शिंगार है। 12 माह सिरनावे हेठ ये शब्द सानू प्राप्त ने। देसी महीनों की वंड मुताबक अज तो अस्सों के महीने की प्रारंभता हो रही है। तो आप इस बाबत वाकफित रखते हो कि साड़ी रवायात मुताबक
ਜਦੋਂ ਦੇਸੀ ਮਹੀਨਾ ਪ੍ਰਾਰੰਭ ਹੁੰਦਾ ਹੈ ਤਾਂ ਅਸੀਂ ਰਚਨਾ, ਖਾਸ ਕਰਕੇ ਮਾਝ ਰਾਗ ਦੀ ਰਚਨਾ 12ਵਾਂ ਪੜ੍ਹਦੇ ਹਾਂ। ਕਈ ਵਾਰ ਸਾਰਾ 12ਵਾਂ ਪੜ੍ਹਿਆ ਜਾਂਦਾ, ਨਹੀਂ ਤਾਂ ਅਦਰਵਾਈਜ਼ ਜੋ ਜਿਸ ਮਹੀਨੇ ਦੀ ਪ੍ਰਾਰੰਭਤਾ ਹੋ ਰਹੀ ਉਸ ਮਹੀਨੇ ਦੇ ਸਿਰਨਾਵੇਂ ਦਾ ਸ਼ਬਦ ਜ਼ਰੂਰ ਪੜ੍ਹਿਆ ਜਾਂਦਾ। ਜਿੱਥੇ ਸਮਾਂ ਬਣੇ ਉੱਥੇ ਵਿਆਖਿਆ ਵੀ ਹੁੰਦੀ ਹੈ। ਸੋਸੇ ਪ੍ਰਥਾਏ ਅਸੀਂ ਇਹ ਸ਼ਬਦ ਆਪ ਜੀ ਨੂੰ ਸਰਵਨ ਕਰਵਾਇਆ ਹੈ। ਇਸ ਪਾਵਨ ਰਚਨਾ ਦੀ ਜਦੋਂ ਵੀ ਅਸੀਂ ਵਿਆਖਿਆ ਕਰਦੇ ਹਾਂ, ਥੋੜ੍ਹਾ ਉਹਦੇ ਪਿਛੋਕੜ ਦੇ ਵਿੱਚ ਉਹਦੀ ਡਿਟੇਲ ਡਿਸਕਸ਼ਨ ਵੀ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਜੋ ਸਾਡੇ ਆਸਥਾ ਦਾ ਮਰਕਜ਼ ਆ, ਜੋ ਸਾਡਾ ਇਸ਼ਟ ਹੈ, ਮਾਸਟਰ ਹੈ ਸਾਡਾ, ਇਹ ਮਹਾਰਾਜ ਜੀ ਦੀ ਨਵਾਜ਼ਿਸ਼ ਆ ਕਿ ਪੰਜਾਬ ਦੀ ਧਰਤੀ, ਪੰਜਾਂ ਦਰਿਆਵਾਂ ਦਾ ਉਹ ਜਿਹੜਾ ਜੋਗ੍ਰਾਫੀਕਲ ਏਰੀਆ ਸੀਗਾ, the given area you can say, which Mother Nature Almighty has used to bless the humanity, the real message of spiritual school of thought, I should say, ਜਿਹੜੀ ਐਕਚੁਅਲ ਲੈਵਲ ਤੇ ਰੂਹਾਨੀਅਤ ਦੀ ਅਸਲ ਆਭਾ ਸੀ, ਜਿਹੜੀ ਲੋਕੀ ਕਿਤੇ ਭੁੱਲ ਗਏ, ਵਿਸਰ ਗਏ, ਉਹਨੂੰ ਗੁਰੂ ਬਾਬਾ ਜੀ ਨੇ ਉਸ ਲੈਵਲ ਤੇ ਨਵਾਜਿਆ। ਉਹ ਸਾਰਾ ਖਿੱਤਾ ਉਸ ਖਾਲਿਸ ਮਨੁੱਖ, ਜਿਹਨੂੰ ਕਿਹਾ ਜਾਏ ਕਿ ਇੱਕ ਰੀਅਲ ਮਨੁੱਖ, ਜਿਹੜਾ ਅਸਲ ਹਿਊਮਨ ਬੀਇੰਗ ਆ, ਉਹਦੀ ਘਾੜਤ ਵਾਸਤੇ ਗੁਰੂ ਸਾਹਿਬ ਨੇ ਯੂਜ਼ ਕੀਤਾ। ਉਹਦੇ ਨਾਲ ਜਿਹੜੀ ਉੱਥੋਂ ਦੀ ਬੋਲੀ ਸੀ, ਉੱਥੋਂ ਦਾ ਕਲਚਰ ਸੀ, ਉਹ ਸਭ ਚੀਜ਼ਾਂ ਦਾ ਵੀ ਆਪਣੇ ਆਪ ਵਿਕਾਸ ਹੋਇਆ, ਕਿਉਂਕਿ ਉਸ ਖਿੱਤੇ 'ਚ ਇੱਕ ਮਨੁੱਖ ਨੂੰ ਉਸ ਲੈਵਲ 'ਤੇ ਲਿਆਂਦਾ ਗੁਰੂ ਬਾਬਾ ਜੀ ਨੇ। ਹਰ ਚੀਜ਼ ਨੂੰ ਨਵੀਂ ਹਾਈਪ ਮਿਲੀ, ਨਵੀਂ ਮੋਡੀਫਿਕੇਸ਼ਨ ਮਿਲੀ। ਸਾਡੀ ਉਹਨਾਂ ਦਰਿਆਵਾਂ ਦੀ ਧਰਤੀ ਦੀ ਬੋਲੀ, ਜਿਹਨੂੰ ਨਵੇਂ ਅੱਖਰ ਮਿਲੇ ਲਿਖਣ ਵਾਸਤੇ, ਗੁਰਮੁਖੀ। ਅਦਰਵਾਈਜ਼ ਇਹਦੀ ਕੋਈ ਐਗਜ਼ੈਕਟ ਰਾਈਟਿੰਗ ਸਟਾਈਲ ਜਿਹੜਾ ਸਾਨੂੰ ਉਸ ਤੋਂ ਪਹਿਲਾਂ ਨਹੀਂ ਮਿਲਦਾ। ਸ਼ਾਹਮੁਖੀ ਅਰਬੀ ਅੱਖਰਾਂ ਦੇ ਵਿੱਚ ਲਿਖੀ ਜਾਂਦੇ, ਕਿੱਸੇ ਕਾਵ ਪ੍ਰਾਪਤ ਹੋ ਜਾਂਦੇ। ਥੋੜ੍ਹਾ ਬਹੁਤ ਜਿਹੜੀ ਸੌਦਾਗਰੀ ਭਾਸ਼ਾ ਸੀਗੀ, ਲੰਡੇ ਪ੍ਰਾਕਿਰਤ ਵਗੈਰਾ, ਉਹਦੇ 'ਚ ਵਹੀਆਂ ਖਾਤੇ ਲਿਖੇ ਜਾਂਦੇ। ਪਰ ਜਿਹੜੀ ਰਿਐਲਿਟੀ ਦੇ ਵਿੱਚ ਇੱਕ ਐਜ਼ ਏ ਹੋਲ ਲੈਂਗੁਏਜ, ਇਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ। ਗੁਰੂ ਅੰਗਦ ਸਾਹਿਬ ਤੋਂ ਬਾਅਦ ਇਹਨੂੰ ਪੈਰ ਸਿਰ ਕੀਤਾ ਗਿਆ ਉਸ ਤਰੀਕੇ ਦੇ ਨਾਲ। ਫਿਰ ਇਕੱਲਾ ਹੀ ਨਹੀਂ, ਉਸ ਪੰਜਾਬੀ ਫਿਜ਼ਾਂ ਦੇ ਹਰ ਰੂਪ, ਹਰ ਵਣਗੀ, ਹਰ ਲੈਵਲ ਨੂੰ ਗੁਰੂ ਸਾਹਿਬ ਨੇ ਅਧਿਆਤਮਕਤਾ ਦੇ ਨਾਲ, ਉਸ ਸਪਿਰਿਚੁਅਲ ਖੁਸ਼ਬੂ ਦੇ ਨਾਲ ਭਰ ਦਿੱਤਾ। ਖਾਸ ਤੌਰ 'ਤੇ ਜੇ ਬਾਤ ਕੀਤੀ ਜਾਏ, ਸਾਡਾ ਫੋਕਲੋਰ ਜਿਹੜਾ, ਜਿਹਨੂੰ ਕਿਹਾ ਜੋ ਲੋਕ ਕਾਫੀਆ, ਲੋਕ ਗੀਤ, ਲੋਕ ਮੁਹਾਜ, ਲੋਕ ਮੁਹਾਵਰੇਦਾਰੀ, ਸਾਰੀ ਅਧਿਆਤਮੀ ਤਲ 'ਤੇ ਆ ਗਈ। ਜੇ ਨਹੀਂ ਕੁਝ ਵਣਗੀਆਂ ਦੇਣੀਆਂ ਹੋਣ ਤੇ ਆਪ ਦੇਖੋਗੇ ਮਰਦ ਪ੍ਰਧਾਨ ਫੋਕ ਦਾ ਰੂਪ ਪੰਜਾਬ ਦੀ ਫਿਜ਼ਾਂ ਦੇ ਵਿੱਚ ਵਾਰਾਂ, ਜਿਹੜੇ ਤੁਸੀਂ ਜਿੰਨੇ ਵੀ ਪੁਰਾਣੇ ਤੋਂ ਪੁਰਾਣੇ ਰੂਪ ਦੇਖ ਲਵੋ ਲੋਕ ਕਾਫੀਏ ਦੇ, ਮਤਲਬ ਇੱਕ ਕੰਨ ਤੇ ਹੱਥ ਰੱਖ ਕੇ, ਦੂਜੀ ਲੰਮੀ ਬਾਂਹ ਕਰਕੇ, ਉੱਚੀ ਹੇਕ ਲਾ ਕੇ ਗਾਉਣਾ, ਅਲਗੋਜ਼ਿਆਂ ਦੀ ਤਾਬ ਦੇ ਉੱਤੇ ਉੱਚੀ ਉੱਚੀ ਆਵਾਜ਼ਾਂ ਕੱਢਣੀਆਂ, ਗਾਉਣੀਆਂ, ਸਰੰਗੀਆਂ ਦੀਆਂ ਖਾਸ ਕਰਕੇ ਤਾਰਾਂ ਨੂੰ ਛੋਂਦਿਆਂ ਹੋਇਆਂ ਗਾਇਨ ਕਰਨਾ, ਇਹ ਸਭ ਰੂਪ ਵਾਰਾਂ ਦੇ ਨੇ। ਤੇ ਗੁਰੂ ਗ੍ਰੰਥ ਸਾਹਿਬ, ਮਤਲਬ ਤੁਹਾਨੂੰ ਇਸ ਤੋਂ ਵਧੀਆ ਗੁਲਦਸਤਾ, ਇਸ ਤੋਂ ਵਧੀਆ ਇੱਕ ਐਸੀ ਚੀਜ਼ ਕੀ ਮਿਲੇਗੀ ਜਿਹਦੇ 'ਚ ਅਧਿਆਤਮਕ ਤਲ ਦੇ 'ਚ ਗੁਰੂ ਬਾਬਾ ਜੀ ਨੇ 1 2 4 5 10 ਇੰਨੀਆਂ ਨਹੀਂ 22 ਵਾਰਾਂ ਰਚੀਆਂ, 22। ਤੁਸੀਂ ਇਸ ਲੈਵਲ ਤੇ ਦੇਖੋ, ਕਿਆ ਮਤਲਬ ਉਸ ਖਿੱਤੇ ਦੇ ਫੋਕ ਨੂੰ ਅਮਰ ਕੀਤਾ ਗੁਰੂ ਸਾਹਿਬ ਨੇ ਵਾਰਾਂ ਦਾ ਰੂਪ। ਤੇ ਸਿਰਨਾਵਾਂ ਵੀ ਵਾਰਾਂ ਹੀ ਲਿਖਿਆ ਉੱਤੇ ਇਸ ਰੂਪ ਦੇ ਵਿੱਚ। ਫਿਰ ਇਕੱਲਾ ਹੀ ਨਹੀਂ, ਜਿਹੜਾ ਲੋਕ ਟ੍ਰੈਡੀਸ਼ਨਲ ਵੇ ਨਾਲ ਗਾਉਂਦੇ ਸੀਗੇ, ਗਾਉਣ ਦਾ ਤਰੀਕਾ, ਉਹ ਵੀ ਅਮਰ ਕੀਤਾ ਗੁਰੂ ਸਾਹਿਬ ਨੇ ਨਾਲ। ਆਸਾ ਕੀ ਵਾਰ ਲਿਖੀ, ਅਧਿਆਤਮਕ ਸੰਦੇਸ਼ ਦੇਣ ਵਾਲੀ ਅਲਾਹੀ ਰਚਨਾ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਏ ਕਰ ਆਸਨ ਡਿਠੋ ਚਾਓ, ਦਾਤਾ ਕਰਤਾ ਆਪ ਤੂੰ, ਤੁਸ ਦੇਵੇਂ ਕਰੈ ਪਸਾਓ, ਤੂੰ ਜਾਣੋ ਹੀ ਸਭ ਸਹਿ ਦਿਲ ਐਸੈ ਜਿੰਦ ਕਵਾਓ। ਇਹ ਸਭ ਲਿਖਦਿਆਂ ਹੋਇਆ, ਪਰ ਉਹਦੇ ਉੱਤੇ ਤੋਂ ਸਿਰਨਾਵਾਂ ਪਾਇਆ। ਤੇ ਸਿਰਨਾਵਾਂ ਕੀ ਪਾਇਆ?
ਟੂੰਡੇ ਅਸਰਾਜ ਕੀ ਧੁਨ ਗਾਵਣੀ। ਟੂੰਡਾ ਅਸਰਾਜ ਇਹ ਪੁਰਾਣੀ ਫੋਕ ਦੀ ਰੂਪ ਬਣ ਗਈ ਸੀਗੀ, ਲੋਕੀ ਬੜੇ ਸਮੇਂ ਤੋਂ ਗਾਉਂਦੇ ਸੀ। ਫਿਰ ਕੱਲਾ ਇਹ ਨਹੀਂ, ਚੰਦਰਹਣਾ ਸੋਹੀਆਂ ਕੀ ਧੁਨ, ਮੂਸੇ ਕੀ ਧੁਨ, ਮਤਲਬ ਤੁਸੀਂ ਇੱਕ ਤੋਂ ਬਾਅਦ ਇੱਕ ਦੇਖੋ, ਲੱਲਾ ਬਹਿਲੀਮਾ ਕੀ ਧੁਨ, ਇਹ ਸਭ ਉਸ ਖਿੱਤੇ ਦੀਆਂ ਉਹ ਵਾਰਾਂ, ਉਹ ਗੀਤ, ਉਹ ਕਾਫੀਏ ਜਿਹੜੇ ਕਦੀ ਸੈਂਕੜੇ ਸਾਲਾਂ ਤੋਂ ਲੋਕਾਂ ਦੀ ਜ਼ਹਿਨੀਅਤ 'ਚ ਵਸੇ ਸੀਗੇ। ਗੁਰੂ ਬਾਬਾ ਜੀ ਨੇ ਉਹਨੂੰ ਗ੍ਰੰਥ ਸਾਹਿਬ ਦੇ ਵਿੱਚ ਬਕਾਇਦਾ ਤੌਰ 'ਤੇ ਦਰਜ ਕੀਤਾ ਤੇ ਉਹਨਾਂ ਟਿਊਨਸ ਦੇ ਉੱਤੇ, ਧੁਨਾਂ ਦੇ ਉੱਤੇ ਗੁਰ ਸ਼ਬਦ ਉਕੇਰੇ ਸਾਨੂੰ ਅਗਲੇਰੇ ਲੈਵਲ ਤੇ ਲਿਜਾਣ ਵਾਸਤੇ, ਤਾਂ ਕਿ ਇਹ ਨਾ ਗਾਉਂਦੇ ਰਿਹਾ ਜੇ ਧੁਨਾਂ ਹੀ ਨਾ ਸੁਣਦੇ ਰਿਹਾ ਜੇ, ਇਹਨਾਂ ਦੇ ਜ਼ਰੀਏ ਆ ਸੁਣੋ, ਆਪ ਇਹਦੇ ਨਾਲ ਜੁੜੋ ਤਾਂ ਕਿ ਤੁਹਾਡਾ ਕਲਿਆਣ ਹੋ ਸਕੇ। ਫਿਰ ਇਕੱਲੇ ਮਰਦ ਪ੍ਰਧਾਨ ਜਿਹੜੇ ਫੋਕ ਦੇ ਰੂਪ ਸੀਗੇ ਉਹ ਨਾ ਪਾਏ, ਜਿਹੜੇ ਫੈਮਿਨਨ ਸਾਈਡ ਤੋਂ ਭਾਵ ਜਿਹੜੇ ਇਸਤਰੀਵਾਦੀ ਰੂਪ ਸੀਗੇ ਉਹਨਾਂ ਨੂੰ ਵੀ ਗੁਰੂ ਸਾਹਿਬ ਨੇ ਜਗ੍ਹਾ ਦਿੱਤੀ। ਅੱਜ ਵੀ ਸਾਡੀਆਂ ਸੁਆਣੀਆਂ ਸੁਹਾਗ ਗਾਉਂਦੀਆਂ ਨੇ, ਘੋੜੀਆਂ ਗਾਉਂਦੀਆਂ ਨੇ। ਹਾਂ, ਥੋੜ੍ਹਾ ਬਹੁਤ ਹੋਰ ਰੂਪ ਆ ਗਿਆ ਅੱਜ ਕੱਲ੍ਹ ਸਾਡੇ ਫੈਸਟੀਵਲਸ ਦਾ ਸਾਰੇ ਕਾਸੇ ਦਾ, ਪਰ ਜਿਵੇਂ ਰੁੱਤਾਂ ਦੇ ਗੀਤ ਨੇ, ਸੀਜ਼ਨਲ ਗੀਤ ਜਿਹਨਾਂ ਨੂੰ ਕਹਿ ਸਕਦੇ ਹਾਂ, ਹੋਰ ਬਹੁਤ ਸਾਰੀਆਂ ਚੀਜ਼ਾਂ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਸਾਰਾ ਕੁਝ ਹੀ ਮਿਲ ਜਾਏਗਾ ਤੁਹਾਨੂੰ। ਘੋੜੀਆਂ ਨੇ ਦੇ 'ਚ ਦਰਜ, ਸੋਹਿਲਾ ਸੁਹਾਗ ਦਾ ਗੀਤ ਆ, ਅਲਾਣੀਆਂ ਅਲੌਤਾਂ ਦੇ ਗੀਤ ਨੇ, ਰੁੱਤਾਂ ਦੀ ਬਾਣੀ ਹੈ, ਪੈਰਿਆਂ ਦੀ ਬਾਣੀ ਹੈ। ਫਿਰ ਇਸੇ ਤਰ੍ਹਾਂ ਆ 12 ਮਹਾਂ ਰਚਨਾ ਹੈ ਜੋ ਕਿ ਇਸਤਰੀ ਪ੍ਰਧਾਨ ਕਾਵ ਰੂਪ ਹੈ ਉਸ ਖਿੱਤੇ ਦਾ। ਤੇ ਗੁਰੂ ਗ੍ਰੰਥ ਸਾਹਿਬ ਦੇ 'ਚ ਦੀਆਂ ਦੋ ਵਣਗੀਆਂ ਮਿਲਦੀਆਂ ਨੇ ਸਾਨੂੰ। ਪਹਿਲਾ ਗੁਰੂ ਨਾਨਕ ਸਾਹਿਬ ਨੇ ਤੁਖਾਰੀ ਵਿੱਚ ਉਚਰਿਤ ਕੀਤਾ, ਬਹੁਤ ਮਤਲਬ ਬੜੀ ਰਿਚ ਤੇ ਬੜੀ ਅਮੀਰ ਰਚਨਾ ਆ ਪੰਜਾਬ ਦੀ ਫਿਜ਼ਾ ਨੂੰ ਸਮਝਣ ਵਾਸਤੇ। ਤੁਸੀਂ ਬਹੁਤ ਸਾਰੇ ਜੇ ਲਿਖਾਰੀ ਨੂੰ ਪੜ੍ਹੋਗੇ, ਡਾਕਟਰ ਮੁਹੰਮਦ ਲਤੀਫ ਨੂੰ ਪੜ੍ਹੋ ਜਿਹੜਾ ਸ਼ੁਰੂਆਤੀ ਉਹ ਮਾਈ ਪੰਜਾਬ ਦਾ ਕਨਸੈਪਟ ਬਿਆਨ ਕਰਦਾ ਹੈ, ਉਹ ਸਾਰਾ ਤੁਖਾਰੀ ਦੇ 12ਵਾਂ ਤੋਂ ਆ ਰਿਹਾ। ਫਿਰ ਜਿਹੜਾ ਦੂਸਰਾ 12ਵਾਂ ਰਚਿਆ ਉਹ ਗੁਰੂ ਅਰਜਨ ਸਾਹਿਬ ਨੇ ਮਾਝ ਰਾਗ ਵਿੱਚ, ਜਿਹਦੇ 'ਚੋਂ ਆਪ ਜੀ ਨੇ ਅੱਜ ਅੱਸੂ ਦੇ ਸਿਰਨਾਵੇਂ ਹੇਠ 8 ਨੰਬਰ ਪਦਾ ਸਰਵਨ ਕੀਤਾ ਹੈ। ਬੜੀ ਆਲਮੀ ਰਚਨਾ ਆ। ਇਫ ਆਈ ਕੈਨ ਕੀਪ ਔਨ ਐਕਚੁਅਲੀ explaining toward the content or toward the actually Maharaj's presentation, then I will keep speaking in that side, but ਆਪਾਂ ਕਿਉਂਕਿ ਬਾਣੀ ਦੇ ਪਦੇ ਦੀ ਵਿਆਖਿਆ ਦਾ ਰੰਗ ਵੀ ਥੋੜ੍ਹਾ ਦੇਖਣਾ, ਆਪਾਂ ਜੋ ਉਸ ਪਾਸੇ ਆਈਏ। ਤੇ 12ਵਾਂ ਰਚਨਾ ਨੂੰ ਕਿਹਾ ਜਾਂਦਾ ਹੈ ਕਿ ਬਿਰਹੀ ਗੀਤ ਹੈ। ਬਿਰਹੀ ਗੀਤ ਇਹਦਾ ਇਸ ਤਰ੍ਹਾਂ ਜਾਣੋ ਕਿ ਇਹਦੇ 'ਚ 3 ਮੁੱਖ ਰੂਪ ਦੇ 'ਚ ਇਹਦੇ ਸੁਰਾਂ ਨੇ, 3 ਇਹਦੇ 'ਚ ਮੇਨ ਇਮੋਸ਼ਨਸ ਐਡਰੈਸ ਕੀਤੇ ਗਏ ਨੇ। ਪਹਿਲਾ ਹੈਗਾ ਆ ਵਿਛੋੜਾ, ਜਿਹਨੂੰ ਅਸੀਂ ਬਿਰਹਾ ਕਹਿੰਦੇ ਹਾਂ, ਜਿਹਨੂੰ ਅਸੀਂ ਹਿਜਰ ਕਹਿੰਦੇ ਹਾਂ। ਦੂਸਰਾ ਹੈ ਆਸ, ਉਮੀਦ, ਹੋਪਲੈਸ ਨਾ ਕਦੀ ਵੀ ਬੰਦਾ ਹੋਏ, ਜਿੱਡਾ ਮਰਜੀ ਦੁੱਖ ਹੋਏ, ਦਰਦ ਹੋਏ, ਵੇਦਨ ਹੋਏ, ਪੀੜਾ ਹੋਏ, ਤੁਸੀਂ ਕਿਸੇ ਚੀਜ਼ ਤੋਂ ਵਿਛੜ ਗਏ ਹੋ, you are experiencing some kind of actually detachment, some kind of actually ਜਿਹੜਾ ਹੈਗਾ suffering toward actually ਕਿਸੇ ਨੂੰ ਮਿਸ ਕਰਦੇ ਹੋ ਸਾਰੇ ਦੇ ਵਿੱਚ, ਪਰ ਹੋਪ ਹੋਏ, ਆਸ, ਉਹਦਾ ਸੈਕਿੰਡ ਆ। ਫਿਰ ਤੀਸਰਾ ਹੈ ਵਸਾਲ, ਮਲਾਪ, ਜਿੱਥੇ ਜਾ ਕੇ ਮਲਾਪ ਹੋ ਜਾਂਦਾ ਹੈ। ਇਹ 12ਵਾਂ ਪੂਰੇ ਨੂੰ ਕੈਰੀ ਕਰਦਾ ਹੈ। ਇਹਦੇ ਦਰਮਿਆਨ ਜਿਹੜੀਆਂ ਲਹਿਰਾਂ ਪੈਂਦੀਆਂ ਨੇ ਇਸ ਤਰੀਕੇ ਦੇ ਨਾਲ ਪਦਿਆਂ ਦੇ ਵਿੱਚ, ਮਹੀਨਿਆਂ ਦੇ ਸਿਰਨਾਵਿਆਂ ਦੇ ਨਾਲ, ਤੇ ਸਾਨੂੰ ਗੁਰੂ ਬਾਬਾ ਜੀ ਸੱਚ ਦਾ ਸੰਦੇਸ਼ ਸਮਝਾਉਂਦੇ ਨੇ। ਮੈਂ ਕੁਝ ਇੱਕ ਰੰਗ ਨਾਲ ਨਾਲ ਸ਼ੇਅਰ ਕਰਦਾ ਇਹਦੇ ਵਿੱਚੋਂ। ਜਿਵੇਂ ਮੈਂ ਵਿਛੋੜੇ ਦੀ ਬਾਤ ਕੀਤੀ ਹੈ, ਤੇ 12ਵਾਂ ਰਚਨਾ ਮਾਝ ਰਾਗ ਦੀ ਸ਼ੁਰੂ ਇੱਥੋਂ ਹੁੰਦੀ ਹੈ। ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਬੇਲੋ ਰਾਮ, 4 ਕੁੰਟ ਦਹਿੰਦਿਸ ਭਰ ਮੈਂ ਥਕ ਆਏ ਪ੍ਰਭ ਕੀ ਸ਼ਾਮ, ਤੇਨ ਦੁਦੈ ਤੇ ਬਾਹਰੀ ਕਿਤੈ ਨਾ ਆਵੈ ਕਾਮ, ਜਲ ਬਿਨ ਸਾਹ ਕੋ ਮਿਲਾਵ ਤੇ ਉਪਜੈ ਨਾਹੀ ਦਾਮੇ। ਸ਼ੁਰੂਆਤ ਹੈ ਇਹਦੀ। ਇਹਦੇ 'ਚ ਗੁਰੂ ਸਾਹਿਬ ਵਿਛੋੜਾ ਦੱਸ ਰਹੇ ਨੇ। ਕਿਰਤ ਕਰਮ ਕੇ ਵਿਛੁੜੇ, ਜਿਹੜੀ ਐਗਜ਼ਿਸਟੈਂਸ ਆ, ਹੋਂਦ ਹੈ ਜਿਹਦੀ, ਜਿਹੜਾ ਸੱਚ ਆ, ਜਿਹਦੇ ਵਿੱਚੋਂ ਆਏ ਆ, ਜਿਹਦੇ ਵਿੱਚ ਸਮਾ ਜਾਣਾ ਆ, ਕਿਆ ਵੇਦਨ ਆ, ਕੈਸੀ ਤਰਾਸਦੀ ਹੈ। ਉਹ ਮੇਰੇ ਅੰਦਰ ਵੀ ਹੈ, ਮੇਰੇ ਬਾਹਰ ਵੀ ਹੈ, ਮੈਂ ਉਹਦਾ ਹੀ ਰੂਪ ਆ, ਪਰ ਮੇਰੀ ਸੁਰਤ ਨੂੰ ਯਾਦ ਨਹੀਂ ਗਾ। ਮੇਰੀ ਕੌਨਸ਼ੀਅਸ ਜਿਹੜੀ ਹੈ, that is totally unaware about this reality, ਜਿਹੜੀ ਅਲਟੀਮੇਟ ਰਿਐਲਿਟੀ ਹੈ। ਇਹ ਬੰਦੇ ਦਾ ਸਭ ਤੋਂ ਵੱਡਾ ਦੁੱਖ ਹੈ। ਬੰਦਾ ਇਸੇ ਕਰਕੇ
ਹਉਮੈ ਵਿੱਚ ਹੈ, ਇਸੇ ਕਰਕੇ ਸਫਰਿੰਗ ਹੈ, ਇਸੇ ਕਰਕੇ ਆਈਸੋਲੇਟ ਹੈ, ਇਸੇ ਕਰਕੇ ਹਰ ਚੀਜ਼ ਉਹਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਜੋ ਬ੍ਰਹਿਮੰਡੇ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੈ। ਬ੍ਰਹਿਮੰਡ ਤੇ ਪਿੰਡ ਇੱਕ ਹੀ ਹੈ, ਮੈਂ ਤੇ ਉਹ ਤੇ ਮੈਂ, ਫਰਕ ਹੀ ਕੋਈ ਨਹੀਂ ਹੈਗਾ। ਇਹ ਤਾਂ ਕਿਸੇ ਕਿਸੇ ਨੂੰ ਸਮਝ ਆਉਂਦਾ। ਕੋਈ ਰੂਹ ਹੈ ਇਹੋ ਜਿਹੀ ਜਿਹੜੀ ਇਹ ਕਹਿੰਦੀ ਹੈ, ਬਾਣੀ 'ਚ ਆਵਾਜ਼ ਆਉਂਦੀ ਸਾਨੂੰ, ਸੁਣ ਸਖੀ ਜਿਉ ਮੈਂ ਪੀਓ ਬਸੈ, ਪੀਓ ਮੈਂ ਬਸੈ ਕਿ ਜਿਉ, ਜਿਉ ਪੀਓ ਬੂਝੈ ਨਾਹੀ, ਘਟ ਮੈਂ ਜਿਉ ਕੇ ਪੀਓ। ਇਹ ਸਖੀ ਮੈਨੂੰ ਨਹੀਂ ਪਤਾ ਮੈਂ ਉਹ ਹਾਂ ਕਿ ਉਹ ਮੈਂ ਹਾਂ, ਮੈਂ ਉਹਦੇ 'ਚ ਵਸ ਗਿਆ ਕਿ ਉਹ ਮੇਰੇ 'ਚ ਵਸਦਾ ਆ, ਮੈਨੂੰ ਨਹੀਂ ਪਤਾ। ਇੱਕ ਰੂਪਤਾ ਇਹ ਕਿਤੇ ਕਿਤੇ, ਅਦਰਵਾਈਜ਼ ਸਾਡੀ ਕੌਨਸ਼ੀਅਸ ਜਿਹੜੀ ਹੈ, even though we are reading, we are listening, but still that kind of ਜਿਹੜੀ ਸਾਡੇ ਤੋਂ ਦੇ ਦਰਮਿਆਨ ਵਿਛੋੜਾ ਆ, ਜਿਹੜੀ ਇੱਕ ਡਿਸਟੈਂਸ ਦੀ ਉਹ ਸਾਰੀ ਬਾਤ ਆ, ਉਹ ਵਿੱਚ ਖੜੀ ਹੈ। ਸੋ ਗੁਰੂ ਸਾਹਿਬ ਕਹਿੰਦੇ, ਹੇ ਕਰਤਾਰ ਤੂੰ ਹੈ ਅੰਗ ਸੰਗ, ਤੇਰੇ ਆਲੇ ਦੁਆਲੇ ਤੂੰ ਸਭ ਰੂਪਾਂ 'ਚ ਵਸ ਰਿਹਾ, ਪਰ ਕਿਰਤ ਕਰਮ ਕੇ ਵਿਛੋੜੇ, ਵਿਛੋੜਾ ਪੈ ਗਿਆ ਤੇਰੇ ਤੋਂ ਮੇਰੀ ਸੁਰਤ ਦਾ। ਤੇ ਪਿਆ ਵੀ ਕਾਹਦੇ ਕਰਕੇ ਹੈ? ਕਿਰਤ ਕਰਮ। ਕਿਰਤ ਕਰਮ ਬੜੇ ਪਿਆਰੇ ਲਫ਼ਜ਼ ਨੇ। ਕਰਮ ਹੁੰਦਾ ਆ ਕਿਸੇ ਐਕਟ ਨੂੰ ਇੱਕ ਵਾਰ ਕਰਨਾ, ਇਹ ਕਰਮ ਹੋ ਜਾਂਦਾ ਸਾਡਾ। ਕੋਈ ਵੀ ਕੰਮ ਕਰੋਗੇ ਇੱਕ ਵਾਰ, ਥੋੜਾ ਔਖਾ ਹੋਏਗਾ ਕਰਨਾ, ਕੋਈ ਐਨੀ ਕਾਈਂਡ ਆਫ ਵਰਕ, ਐਨੀ ਕਾਈਂਡ ਆਫ ਐਕਟ। ਪਰ ਜੇ ਲਗਾਤਾਰ ਕਰੀ ਚੱਲੋਗੇ ਅਭਿਆਸ ਕਰੋਗੇ, ਉਹਦਾ ਮਸ਼ੱਕਤ ਪਾਓਗੇ ਉਹਦੇ ਵਿੱਚ, ਉਹ ਫਿਰ ਈਜ਼ੀ ਹੋ ਜਾਏਗਾ। ਉਹ ਫਿਰ ਸਾਡਾ ਕਸਬ ਬਣ ਜਾਏਗਾ, ਸੁਭਾਅ, ਜਿਹਨੂੰ ਅਸੀਂ ਕਿਰਤ ਕਹਿ ਦਿੰਦੇ ਹਾਂ। ਉਹ ਸਾਡੀ ਕਿਰਤ ਬਣ ਗਈ, ਸੁਭਾਅ ਬਣ ਗਿਆ। ਗੁਰੂ ਸਾਹਿਬ ਨੇ ਕਿਹਾ ਵੀ ਇਹ ਕਰਤਾਰ, ਮੈਂ ਆਪਣੇ ਹੋਏ ਬਣੇ ਹੋਏ ਸੁਭਾਅ ਦੇ ਸਦਕਾ ਤੇਰੇ ਤੋਂ ਵਿਛੜ ਗਿਆ ਤੇ ਲਗਾਤਾਰ ਵਿਛੜ ਰਿਹਾ। ਇਹ ਨਹੀਂ ਕਿ ਮੈਂ ਮਲਾਪ ਵਾਲੇ ਪਾਸੇ ਜਾ ਰਿਹਾ। ਬੰਦੇ ਦੀਆਂ ਚੋਇਸਿਸ ਦੇਖੋ, ਡੇ ਬਾਈ ਡੇ ਹਰ ਲੈਵਲ ਤੇ ਸਾਨੂੰ ਮੌਕੇ ਬਣਦੇ ਨੇ ਗਲਤ ਸਹੀ ਚੁੱਕਣ ਦੇ ਵਿੱਚ। ਸਹੀ ਨੂੰ ਛੱਡ ਕੇ ਗਲਤ, ਮਤਲਬ ਠੀਕ ਨੂੰ ਛੱਡ ਕੇ ਉਲਟ ਪਾਸੇ, ਇਹ ਸਭ ਚੀਜ਼ਾਂ ਬੰਦੇ ਦੇ ਅੰਦਰ ਆ ਰਹੀਆਂ ਨੇ। ਤੇ ਸਭ ਦੇ ਵਿੱਚ ਗੁਰੂ ਸਾਹਿਬ ਬਿਆਨ ਕਰਦੇ ਕਿ ਸਫਰਿੰਗ ਵੀ ਬੜੀ ਹੈ। ਸਫਰਿੰਗ ਇਹ ਹੈ ਕਿ ਚਾਰ ਕੁੰਟ ਦਹਿੰਦੇ ਭਰਮੀ ਥਕ ਆਏ ਪ੍ਰਭ ਕੀ ਸ਼ਾਮ, ਵੀ ਭਟਕਣਾ ਹੀ ਭਟਕਣਾ ਆ। ਮਤਲਬ ਜਿਹਨੂੰ ਕਿਹਾ ਜਾਏ ਕਿ ਜਸਟ one kind of wandering is happening, nothing else। ਫਿਰ ਪੇਨ ਵੀ ਹੈ, ਪੀੜਾ ਵੀ ਹੈ। ਪੀੜਾ ਐਸੀ ਹੈ ਕਿ ਜਲ ਬਿਨ ਸਾਖ ਕੋ ਮਿਲਾਵਤੀ, ਜਿਵੇਂ ਪਾਣੀ ਨਾ ਮਿਲੇ ਤੇ ਜਿਹੜੀ ਬਨਸਪਤੀ ਹੈ, ਸਾਖਾ ਬੂਟਾ ਆ, ਉਹ ਸੁੱਕਦਾ ਆ, ਮੈਂ ਉਸ ਤਰ੍ਹਾਂ ਸੁੱਕ ਰਿਹਾ। ਉਪਜੈ ਨਾ ਹੀ ਦਾਮ, ਦਾਮ ਕੋਈ ਫਸਲ ਬੀਜੀ ਹੁੰਦੀ ਹੈ, ਵੀ ਇਟਸ ਗੋਨਾ ਜਨਰੇਟ ਸਮ ਕਾਈਂਡ ਆਫ ਰੈਵਨਿਊ, ਸਮ ਕਾਈਂਡ ਆਫ ਅਰਨਿੰਗ, ਬਟ ਐਟ ਦ ਸੇਮ ਟਾਈਮ ਜਿਹਨੂੰ ਪਾਣੀ ਨਾ ਪ੍ਰੋਪਰਲੀ ਮਿਲੇ ਤੇ ਉਹ ਸੁੱਕ ਰਹੀ ਹੈ, ਤੇ ਉਹ ਮੀਨਿੰਗਲੈਸ ਹੋ ਰਹੀ ਹੈ ਸਾਰੀ ਐਫਰਟ। ਮੇਰੀ ਜ਼ਿੰਦਗੀ ਮੀਨਿੰਗਲੈਸ ਹੋ ਗਈ ਹੈ, ਇਸ ਤੜਪਣਾ ਦੀ ਗੱਲ ਹੋ ਰਹੀ ਹੈ। ਫਿਰ ਇਸ ਗੁਰੂ ਬਾਬਾ ਜੀ ਨੇ ਇਸ ਤੜਪਣਾ ਦੁੱਖ ਨੂੰ ਬਿਆਨ ਕਰਦਿਆਂ ਹੋਇਆਂ ਫਿਰ ਆਸ ਦੀ ਗੱਲ ਕੀਤੀ ਹੈ। ਚੇਤ ਗੋਬਿੰਦ ਆਰਾਧਿਆ ਹੋਵੇ ਆਨੰਦ ਕਣ, ਆਸ ਨਾ ਛੱਡ, ਚੇਤੇ ਰੱਖ, ਅਕਾਲ ਪੁਰਖ ਵਾਹਿਗੁਰੂ ਬੇਅੰਤ ਹੈ, ਕਣੇ ਆਨੰਦ ਤੱਕ ਲੈ ਕੇ ਜਾਏਗਾ। ਫਿਰ ਕਿਤੇ ਧੀਰਜ ਨਹੀਂ ਵੱਜਦਾ, ਆਸ ਆਉਂਦੀ ਹੈ ਪਰ ਆਸ ਫਿਰ ਟੁੱਟਦੀ ਹੈ। ਵੈਸਾਖ ਧੀਰਣ ਕਿਉਂ ਵਾਂਡੀਆਂ, ਜਿੰਨਾ ਪ੍ਰੇਮ ਵਿਛੋ, ਪ੍ਰੇਮ ਤੋਂ ਵਿਛੜਿਆਂ ਨੂੰ ਕੌਣ ਧੀਰਜ ਬੰਨੇ ਜੀ। ਫਿਰ ਅੱਗੇ ਜਾ ਕੇ ਜੇਠ ਜੁੜਨ ਦਾ ਲੋੜੀਆ, ਜਿਸ ਅੱਗੇ ਸਭ ਨਿਵਨ। ਫਿਰ ਉਪਦੇਸ਼ ਆਉਂਦਾ, ਨਿਮੋ ਦੇ ਕੇ ਲਿਫੋ ਦੇ ਕੇ, ਜਿਹਦੇ ਬਿਨਾਂ ਕੁਛ ਵੀ ਪੋਸੀਬਲ, ਜਿਹੜਾ ਸਭ ਤੋਂ ਸ਼੍ਰੇਸ਼ਟ ਉੱਚਾ ਆ। ਆਸਾੜ ਤਪੰਦਾ ਤਿਸ ਲੱਗਿਆ ਹਰ ਨਹਾਨਾ ਜਿੰਨਾ ਪਾਸ। ਬਦਲਦੇ ਮੌਸਮ ਨਾਲ ਤਪਸ਼ ਦੀ ਬਾਤ ਆ ਰਹੀ, ਪਰ ਉਸ ਤਪਸ਼ ਨੂੰ ਗੁਰੂ ਬਾਬਾ ਜੀ ਨੇ ਨਾਲ ਕੈਰੀ ਕੀਤਾ ਸਪਿਰਿਚੁਅਲ ਸਾਈਡ ਤੋਂ। ਕਿਹਾ ਉਹ ਕਰਤਾਰ ਤੋਂ ਵਿਛੜਿਆਂ ਨੂੰ ਹੀ ਤਪਸ਼ ਲੱਗਦੀ ਮਨ ਕਰਕੇ। ਫਿਰ ਕਿਤੇ ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਓ ਪਿਆਰੇ ਬਾਤ ਬਣੀ। ਬੀਤੇ ਮਹੀਨੇ ਦਾ ਪਦਾਸ ਆਪਨੇ ਸਰਵਣ ਕੀਤਾ ਹੋਏਗਾ, ਭਾਦੋਂ ਪਰਮ ਭੁਲਾਣੀਆਂ ਦੂਜਾ ਲੱਗਾ ਹੇਤ। ਡੁਐਲਿਟੀ ਬੰਦੇ ਨੂੰ ਸੱਚ ਤੋਂ ਜਿਹੜੀ ਚੀਜ਼ ਤੋੜਦੀ ਹੈ ਉਹ ਦੁਬਿਧਾ ਆ, ਦੋ ਚਿੱਤੀ। ਤੇ ਜਿੱਥੇ ਡੁਐਲਿਟੀ ਆ ਗਈ ਉਹਦੇ 'ਚ ਹਮੇਸ਼ਾ ਰੋਂਗ ਸਾਈਡ ਜਿਹੜੀ ਹੈ ਉਹ ਵਿਨਰ ਹੋਏਗੀ, ਕਿਉਂਕਿ ਇਹ ਹਮੇਸ਼ਾ ਹੀ ਰਿਹਾ। ਦੁਚਿੱਤੀ ਦੇ ਵਿੱਚ ਬੰਦੇ ਨੇ ਮਾੜਾ ਹੀ ਚੂਜ਼ ਕੀਤਾ, ਮਾੜੇ ਪਾਸੇ ਗਿਆ। ਸੋ ਉਸ ਦੁਬਿਧਾ ਦੀ ਬਾਤ ਹੋਈ ਸਾਰੀ ਦੀ ਸਾਰੀ ਪਿਛਲੇ ਪਦਿਆਂ ਦੇ ਵਿੱਚ। ਜਿਹੜਾ ਅੱਜ ਪਦਾ ਆ ਰਿਹਾ ਸਾਡੇ ਕੋਲ, ਅਸੁਨ ਪ੍ਰੇਮ ਉਮਾਹੜਾ, ਫਿਰ ਦੁਬਾਰਾ ਇੱਕ ਆਸ ਦੇ ਨਾਲ। ਆਸ ਦਾ ਰੀਜ਼ਨ ਵੀ ਹੈ ਕਿ ਆਪ ਦੇਖੋਗੇ ਕਿ ਇੱਥੇ ਥੋੜ੍ਹਾ ਸਾਡੇ ਇੱਥੇ ਵੀ ਹੈ, ਪਰ ਇਹਦੇ ਨਾਲੋਂ ਕਿਉਂਕਿ ਜਦੋਂ ਅਸੀਂ ਸੈਂਟਰਲ ਲਾਈਨ ਦੇ ਨੇੜੇ ਦੇਖਦੇ ਹਾਂ ਏਸ਼ੀਆ ਦਾ ਖਿੱਤਾ ਪੰਜਾਬ ਤੇ ਆਲਾ ਦੁਆਲਾ, ਤੇ ਇਹ ਅਰਲੀ ਫਾਲ ਸੀਜ਼ਨ ਹੁੰਦਾ ਆ।
ਤੇ ਇੱਕ ਤਰ੍ਹਾਂ ਦੀ ਬਿਗਨਿੰਗ ਆਫ ਫਾਲ ਹੁੰਦੀ ਹੈ। ਇਹਦੇ 'ਚ ਇਹਨੂੰ ਹਾਰਵੈਸਟਿੰਗ ਸੀਜ਼ਨ ਦਾ ਟਾਈਮ ਕਹਿੰਦੇ ਹਾਂ ਅਸੀਂ। ਇਸ ਸੀਜ਼ਨ ਵਿੱਚ ਫਸਲਾਂ ਪੱਕ ਰਹੀਆਂ ਨੇ, ਝੋਨੇ ਪੱਕ ਰਹੇ ਨੇ, ਮਕਈਆਂ ਪੱਕ ਰਹੀਆਂ ਨੇ, ਮਤਲਬ ਸਭ ਚੀਜ਼ਾਂ ਹਰ ਪੱਕ ਰਹੀ ਹੈ, ਸਭ ਚੀਜ਼ਾਂ ਆ ਰਹੀਆਂ ਉਸ ਤਰੀਕੇ ਦੇ ਨਾਲ। ਤੇ ਉਹ ਇੱਕ ਉਮੀਦ ਲੈ ਕੇ ਆਈ। ਜਦੋਂ ਆਲੇ ਦੁਆਲੇ ਸਾਰੇ ਪਾਸੇ ਉਮੀਦ ਫੈਲ ਰਹੀ ਹੋਏ ਤੇ ਬੰਦੇ ਦੇ ਮਨ ਦੇ ਵਿੱਚ ਆਸਾਂ ਦੇ ਬੂਰ ਜਿਹੜੇ ਨੇ ਵੱਧ ਜਾਂਦੇ ਨੇ, ਉਹ ਹੋਰ ਵੱਧ ਜਾਂਦੇ ਨੇ। ਇੱਥੇ ਗੁਰੂ ਸਾਹਿਬ ਨੇ ਸਪਿਰਿਚੁਅਲ ਸਾਈਡ ਤੇ ਬਾਤ ਕੀਤੀ ਕਿ ਆਲੇ ਦੁਆਲੇ ਦੀ ਐਨਰਜੀ ਨੂੰ ਦੇਖ ਕੇ, ਆਲੇ ਦੁਆਲੇ ਦੀ ਰੁਮਕਤਾ ਰੌਣਕ ਨੂੰ ਦੇਖ ਕੇ ਬੰਦੇ ਦੇ ਹਿਰਦੇ 'ਚ ਵੀ ਬਾਤ ਹੋਈ, ਕਰਤਾਰ ਤੂੰ ਤਰਸ ਕਰੇਂਗਾ, ਮੇਰਾ ਤੇਰੇ ਨਾਲ ਮਿਲਾਪ ਹੋਏਗਾ। ਅਜੇ ਹੁਣ ਇੱਕ ਬਾਤ ਵੀ ਕਰ ਰਿਹਾ ਸੀਗਾ ਕਿ ਗੁਰਬਾਣੀ ਤੋਂ ਬਹੁਤ ਕੁਝ ਲਰਨ ਕਰਨ ਦੀ ਲੋੜ ਹੈ। ਜਿਵੇਂ ਜਿਹੜੇ ਸਾਡੇ ਇਮੋਸ਼ਨਸ ਹੁੰਦੇ ਨੇ, ਮੋਸਟ ਆਫ ਦਾ ਟਾਈਮ ਵੀ ਟਰਾਈ ਟੂ ਅਵੋਇਡ ਦੈਮ ਐਂਡ ਵੀ ਨੈਵਰ ਐਡਰੈਸ ਦੈਮ ਪ੍ਰੋਪਰਲੀ, ਐਂਡ ਦੈਟ ਇਜ਼ ਦ ਰੋਂਗ ਥਿੰਗ। ਮੈਂਟਲ ਹੈਲਥ ਦਾ ਸਭ ਤੋਂ ਵੱਡਾ ਇਸ਼ੂ ਇਹ ਆ ਰਿਹਾ ਕਿ ਜਿਹੜੇ ਸਾਡੇ ਇਮੋਸ਼ਨਸ ਨੇ, ਅਸੀਂ ਖੁਦ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਰਿਕਗਨਾਈਜ਼ ਨਹੀਂ ਕਰਦੇ, ਅਸੀਂ ਖੁਦ ਉਹਨਾਂ ਨੂੰ ਐਡਰੈਸ ਨਹੀਂ ਕਰਦੇ, ਲੋਕੀ ਕਿਵੇਂ ਕਰਨਗੇ? ਸੋ ਬੰਦਾ ਅਵੇਅਰ ਹੋਏ ਇਹਦੇ ਬਾਰੇ। ਗੁਰੂ ਗ੍ਰੰਥ ਸਾਹਿਬ ਦੀ ਮਤਲਬ ਗਲੋਰੀ ਕਮਾਲ ਹੀ ਹੈ। ਇਹਦੇ 'ਚ ਸਭ ਤੋਂ ਵੱਧ ਮਿਲਦੇ ਨੇ ਰਾਗ। ਰਾਗਾਂ ਦਾ ਸੰਬੰਧ ਤਿੰਨ ਚੀਜ਼ਾਂ ਨਾਲ ਹੁੰਦਾ ਹੈ। ਪਹਿਲਾ ਸੰਬੰਧ ਰਾਗ ਦਾ ਹੁੰਦਾ ਸਮੇਂ ਨਾਲ, ਸਮੇਂ ਦੇ ਰਾਗ ਗਾਏ ਜਾਂਦੇ ਨੇ। ਦੂਸਰਾ ਸੰਬੰਧ ਰਾਗ ਦਾ ਸੀਜ਼ਨ ਦੇ ਨਾਲ, ਕਿਉਂਕਿ ਰਾਗ ਸੀਜ਼ਨ ਨੂੰ ਰਿਪਰੈਜ਼ੈਂਟ ਕਰਦੇ ਨੇ। ਤੀਸਰਾ ਸੰਬੰਧ ਜਿਹੜਾ ਰਾਗ ਦਾ ਹੁੰਦਾ ਉਹ ਹੁੰਦਾ ਖਿਆਲ ਦੇ ਨਾਲ, ਮੂਡ, ਜਿਹੜਾ ਤੁਹਾਡਾ ਮੂਡ ਹੈ। ਜਿਹੋ ਜਿਹੇ ਤੁਸੀਂ ਮੂਡ ਦੇ ਵਿੱਚੋਂ, ਜਿਹੋ ਜਿਹੇ ਤੁਹਾਡੇ ਇਮੋਸ਼ਨਸ ਚੱਲ ਰਹੇ ਨੇ, ਤੇ ਸਾਨੂੰ ਕਿਉਂਕਿ ਸਮਝ ਨਾ ਹੋਣ ਕਰਕੇ ਕਈ ਵਾਰੀ, ਤੇ ਇਹ ਬੰਦੇ ਦੀ ਕਮਜ਼ੋਰੀ ਵੀ ਹੈ ਬੜੀ ਵੱਡੀ, ਵੀ ਕਿਸੇ ਨੂੰ ਘਬਰਾਏ ਨੂੰ ਦੇਖਦੇ ਹਾਂ ਤਾਂ ਘਬਰਾਏ ਹੋਏ ਨੂੰ ਦੇਖ ਕੇ ਤੇ ਬੰਦਾ ਜਿਹੜਾ ਹੈ, ਹੋਰ ਤੇ ਕੀ ਹੋਣਾ, ਜਿਹੜਾ ਵੇਖਣ ਵਾਲਾ ਜ਼ਿਆਦਾ ਘਬਰਾ ਜਾਂਦਾ ਹੈ। ਤੇ ਕਈ ਵਾਰ ਉਹਦੇ ਲਈ ਸਟ੍ਰੈਟਜੀ ਜਿਹੜੀ ਯੂਜ਼ ਕੀਤੀ ਜਾਂਦੀ ਉਹ ਟੋਟਲੀ ਜਿਹੜੀ ਹੈ ਦੈਟ ਇਜ਼ ਇਨਐਪਰੋਪ੍ਰੀਏਟ, ਕੁਝ ਵੀ ਰਿਜ਼ਲਟ ਪ੍ਰੋਡਿਊਸ ਨਹੀਂ ਕਰਦੀ। ਜਦੋਂ ਤੁਹਾਡਾ ਬੱਚਾ ਉਦਾਸ ਆ, ਤੁਸੀਂ ਸੋਚਦੇ ਚਲੋ ਚੀਅਰ ਅਪ ਕਰਦੇ ਹਨ। ਚੀਅਰ ਅਪ ਕਿਵੇਂ ਕਰੋਗੇ? ਉਹਨੇ ਕਿਤੇ ਕਹੋਗੇ ਚੱਲ ਹਾਂ ਟੀਵੀ ਦੇਖ, ਚਾਕਲੇਟ ਲੈ ਲੈ, ਇਸ ਤਰ੍ਹਾਂ ਲੈ ਲੈ, ਯੂ ਦੋਜ਼ ਕਾਈਂਡ ਆਫ ਥਿੰਗਸ। ਦੈਟ ਮੀਨ ਤੁਸੀਂ ਉਹਦੇ ਇਮੋਸ਼ਨਸ ਨਹੀਂ ਰਿਕਗਨਾਈਜ਼ ਕਰ ਰਹੇ। ਯੂ ਆਰ not paying attention what he or she is telling you। ਉਹਨੂੰ ਰਿਕਗਨਾਈਜ਼ ਕਰ ਪਹਿਲਾਂ। ਉੱਥੇ ਕਰਨ ਲੱਗਿਆ ਆਪ ਨੂੰ ਡਰ ਲੱਗਦਾ ਵੀ ਕੀ ਬਣੇਗਾ, ਕਿਉਂਕਿ ਹੋ ਸਕਦਾ ਕੁਝ ਇਹੋ ਜਿਹਾ ਕੁਝ ਨਿਕਲ ਆਵੇ, ਕੁਝ ਇਸ ਤਰੀਕੇ ਨਾਲ ਹੋਏ। ਸੋ ਇਹ ਹੈ, ਪਹਿਲਾਂ ਉਹਦੇ ਨਾਲ ਬੈਠ ਕੇ, ਉਹ ਉਦਾਸ ਹੈ, ਰੋ ਰਿਹਾ, ਉਹਨੂੰ ਕਹੋ ਇਟਸ ਓਕੇ ਬੇਟਾ, ਸਮ ਟਾਈਮ ਵੀ ਆਲ ਫੀਲ ਸੈਡ, ਇਟਸ ਓਕੇ, ਸਿਟ ਨੀਅਰ ਟੂ ਦੈਮ। ਦੈਨ ਉਹਨਾਂ ਦੀਆਂ ਫੀਲਿੰਗਸ ਨੂੰ ਆਪਣੇ ਆਪ ਨੂੰ ਕੋਰਿਲੇਟ ਕਰੋ ਉਹਦੇ ਨਾਲ, ਜਿਹਨੂੰ ਅਸੀਂ ਐਂਪਥੀ ਕਹਿੰਦੇ ਹਾਂ। Sometimes we try to show sympathy, but sympathy is not actually nice thing. Nice thing is empathy. When you put yourself in that person's shoes, when you see her or his perspective properly according to his or her own way, then you can see some kind of empathy, some kind of ਜਿਹੜਾ ਹੈਗਾ ਉਸ ਤਰੀਕੇ ਨਾਲ ਵੀ ਹਾਂ ਕੁਛ ਅੰਦਰੋਂ ਆ ਰਿਹਾ ਹੁਣ ਜਿਹੜਾ ਇਹਨੂੰ ਹੈਲਪਫੁਲ ਕਰ ਰਿਹਾ ਹੈਗਾ। ਸੋ ਉਹਦੇ ਲਈ ਇਹ ਹੈ ਕਿ ਇਮੋਸ਼ਨਸ ਨੂੰ ਸਮਝਿਆ ਜਾਏ। ਖਿਆਲ ਗਾਇਕੀ ਇਹੀ ਹੈ। ਗੁਰੂ ਗ੍ਰੰਥ ਸਾਹਿਬ ਜਿਤਨੇ ਰਾਗਾਂ ਦਾ ਜ਼ਿਕਰ ਹੈ, ਰਾਗਾਂ ਦੀਆਂ ਵੰਨਗੀਆਂ ਦਾ, ਸਭ ਖਿਆਲ ਮੂਡ ਨੇ ਐਕਚੁਅਲ ਲੈਵਲ ਤੇ। ਤੇ ਜਦੋਂ ਬੰਦੇ ਦਾ ਜਿਹੋ ਜਿਹਾ ਮੂਡ ਹੋਏ ਤੇ ਉਹਦੇ ਅਕੋਰਡਿੰਗਲੀ ਫਿਰ ਉਹਨੂੰ ਸਟ੍ਰੈਟਜੀਜ਼ ਲੈਣੀਆਂ ਚਾਹੀਦੀਆਂ ਨੇ ਆਪਣੇ ਜੀਵਨ ਦੀਆਂ, ਆਪਣੀਆਂ ਚੋਇਸਿਸ ਦੀਆਂ। ਅਦਰਵਾਈਜ਼ ਬੰਦਾ ਟਰੈਪ ਹੋ ਜਾਂਦਾ ਹੈ ਆਪਣੇ ਹੀ ਉਹਨਾਂ ਚੀਜ਼ਾਂ ਦੇ ਵਿੱਚ। ਜੇ ਮੈਨੂੰ ਸਰਲ ਭਾਵ ਵਿੱਚ ਬਿਆਨ ਕਰਦਾ ਹਾਂ, ਦਾਨੇ ਲੋਕਾਂ ਦੇ ਬਚਨ ਅੱਜ ਸਾਡੇ ਕੋਲ ਆ ਰਹੇ ਨੇ। ਹਾਲਾਂਕਿ ਬਾਣੀ 'ਚੋਂ ਸਾਰਾ ਕੁਛ ਆ ਰਿਹਾ ਜੇ ਆਪਾਂ ਰਿਲੇਟ ਕਰੀਏ ਤੇ। ਜਦੋਂ ਬੰਦਾ ਇਮੋਸ਼ਨਲੀ ਬਹੁਤ ਹਾਈ ਜਾਂ ਲੋ ਹੋਏ, ਉਦੋਂ ਕੋਈ ਡਿਸੀਜਨ ਨਾ ਬਣਾਏ। ਡਿਸੀਜਨ ਉਦੋਂ ਬਣਾਉਣੇ ਚਾਹੀਦੇ ਨੇ ਜਦੋਂ ਤੁਸੀਂ ਇਮੋਸ਼ਨਲੀ ਸਟੇਬਲ ਹੋ। ਮੈਂ ਜੀ ਬਾਤ ਕਰ ਰਿਹਾ ਸੀਗਾ, ਅੱਜ ਕੱਲ੍ਹ ਸਾਡੇ ਇੱਥੇ ਬੜੀ ਜਲਦੀ ਮੈਡੀਕਲ ਡਾਇਗਨੋਸਿਸ ਦੇ ਵਿੱਚ ਬਾਇਪੋਲਰ ਕਹਿ ਦਿੱਤਾ ਜਾਂਦਾ ਹੈ। ਅਤੇ ਮੈਂ ਕਈ ਵਾਰੀ ਬਿਲਾਸ ਵਿੱਚ ਕਹਿੰਦਾ ਵੀ ਜੇ ਅਸੀਂ ਸਾਰੇ ਚਲੇ ਜਾਈਏ ਤੇ ਸਾਡੇ 'ਚੋਂ 90% ਬਾਇਪੋਲਰ ਨਿਕਲ ਆਉਣਗੇ। ਰੀਜ਼ਨ ਇੱਕੋ ਹੀ ਹੈ, ਕਿਉਂਕਿ ਕਿਤੇ ਫਾਰਮਾਕੋਲੋਜੀਕਲ ਮਾਡਲ ਹੈ ਅੱਜ ਕੱਲ੍ਹ ਜਿਹੜਾ ਲੀਡ ਕਰਦਾ ਹੈ। ਫਾਰਮਾਸਿਊਟੀਕਲ ਇੰਡਸਟਰੀ ਜਿਹੜੀ ਉਹ ਦੇ ਆਰ ਇਨ ਲੀਡਿੰਗ ਰੋਲ। ਅਤੇ
ਤੇ ਹਰ ਚੀਜ਼ ਦੀ ਦਵਾਈ ਹੈ, ਹਰ ਚੀਜ਼ ਦੀ ਪਿੱਲ ਆ, ਹਰ ਚੀਜ਼ ਦਾ ਸਭ ਕੁਝ ਆ ਰਿਹਾ ਹੈ ਤੇ ਬਿਨਾਂ ਡਾਇਗਨੋਸ ਤੋਂ ਪ੍ਰਿਸਕ੍ਰਾਈਬ ਨਹੀਂ ਹੋ ਸਕਦੀ। ਦੂਸਰਾ, ਇੰਨਾ ਸਮਾਂ ਹੀ ਕਿਹਦੇ ਕੋਲ ਆ ਕਿ ਬੰਦਾ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਸਕੇ। ਜਿਹੜਾ ਪਾਣੀ ਦਾ ਦੇਖੋ ਬਚਨ ਪੜੋ, ਮੈਡੀਟੇਸ਼ਨ ਤੇ ਬੜੀ ਉੱਚੀ ਚੀਜ਼ ਆ। ਸੌਰੀ ਟੂ ਸੇ, ਕਈ ਵਾਰੀ ਆਪਸ਼ਨ ਗੱਲਾਂ ਹੋਰ ਤਰ੍ਹਾਂ ਲੱਗਣਗੀਆਂ, ਪਰ ਮਾਫੀ ਚਾਹਾਂਗਾ, ਮੈਂ ਇਮਾਨਦਾਰੀ ਨਾਲ ਬਾਤ ਕਰ ਰਿਹਾ। ਬੜੀ ਉੱਚੀ ਤੇ ਬੜੀ ਵੱਡੀ ਚੀਜ਼ ਹੈ ਮੈਡੀਟੇਸ਼ਨ। ਤੇ ਬੰਦਾ ਕਈ ਵਾਰੀ ਜਸਟ ਆਪਣੀ ਮਾਈਂਡ ਵਾਂਡਰਿੰਗ ਜਿਹੜੀ ਹੈ ਨਾ, ਉਹਨੂੰ ਆਬਜ਼ਰਵ ਕਰੇ। forget about anything else. Try to see what's going on inside you, what kind of thoughts you're carrying all the time. कोई और चीज नहीं, फोन भी नहीं, टीवी भी नहीं, nothing, just you are with yourself. observe करो। मूड ਦਾ ਐਵੇਂ ਨਹੀਂ ਪਤਾ ਲੱਗਦਾ। ਕਈ ਵਾਰੀ ਹੁੰਦਾ ਕਿ ਅਸੀਂ ਇਨਫਲੂਐਂਸ ਵਿੱਚ ਹੁੰਦੇ ਆ। ਕਿਸੇ ਨੇ ਕਹਿਤਾ ਉਹ ਅੱਜ ਮੌਸਮ ਵੈਦਰ ਇਜ਼ ਸੋ ਨਾਈਸ, ਯੂ ਨੋ, ਵੈਰੀ ਐਕਚੁਅਲੀ ਕਾਈਂਡ ਆਫ ਸਨੀ ਐਂਡ ਵੈਰੀ ਗੋਰਜੀਅਸ, ਇਸ ਕਿਸਮ ਦੀ ਗੱਲ ਸੁਣੀ, ਹਾਂ ਚੀਅਰ ਅਪ ਹੋ ਗਏ। ਕਿਸੇ ਨੇ ਕਹਾ ਸੋ ਸੈਡ, ਯੂ ਨੋ, ਟੂਡੇਜ਼ ਵੈਦਰ ਇਜ਼ ਕਾਈਂਡ ਆਫ ਸਲੀਪੀ, ਆਈ ਐਮ ਫੀਲਿੰਗ ਵੈਰੀ ਸੈਡ, ਅੰਡਰ ਵੈਦਰ। ਉਵੇਂ ਫੀਲ ਸ਼ੁਰੂ ਕਰਨਾ। ਆਪਣੇ ਅੰਦਰ ਦੇਖ ਉਸ ਰੂਪ ਵਿੱਚ ਕੀ ਹੈ। ਇਹੋ ਜਿਹੀਆਂ ਚੀਜ਼ਾਂ ਤੋਂ ਨੋਟਿਸ ਕਰਾਂਗੇ, ਆਪਣੇ ਆਪ ਨਾਲ ਬਹਿਣਾ ਸਹਿਣਾ ਆਵੇਗਾ, ਕੁਛ ਨੈਕਸਟ ਲੈਵਲ ਤੇ ਵੀ ਜਾ ਸਕਾਂਗੇ। ਗੁਰੂ ਸਾਹਿਬ ਨੇ ਜਿਹੜਾ ਸ਼ਬਦ ਲਿਖਿਆ ਹੈ, ਅਸੁਨ ਪ੍ਰੇਮ ਉਮਾਹੜਾ। ਉਮਾਹੜਾ ਜਦੋਂ ਇਮੋਸ਼ਨਲੀ ਬਹੁਤ ਬੰਦਾ ਜਿਹੜਾ ਚਾਰਜਡ ਹੋ ਗਿਆ ਹੈਗਾ, ਬੜੇ ਹਾਇਰ ਇਮੋਸ਼ਨਸ ਨੇ। ਤੇ ਹਾਇਰ ਇਮੋਸ਼ਨਸ ਜਿਹੜੇ ਹੁੰਦੇ ਨੇ ਨਾ, ਇਹ ਬੜੇ ਡੇਂਜਰਸ ਹੁੰਦੇ ਨੇ। ਪੀਪਲ ਹੂ ਡੂ ਗੈਂਬਲਿੰਗ, they always do in higher emotions. ਸਾਰੀ ਦੁਨੀਆ ਦੀ ਗੈਂਬਲਿੰਗ ਇੱਥੇ ਚੱਲਦੀ ਹੈ। ਜਦੋਂ ਹਾਇਰ ਇਮੋਸ਼ਨਸ ਹੁੰਦੇ ਨੇ, that time people made huge mistakes. ਹਿਸਟਰੀ ਵੀ ਕਹਿੰਦੀ ਹੈ, ਅੱਜ ਵੀ ਸਾਨੂੰ ਪਤਾ ਲੱਗਦਾ। ਕਿਉਂਕਿ ਬੰਦੇ ਨੂੰ, ਜਿਵੇਂ ਸਪੋਜ਼ ਕਰੋ ਤੁਸੀਂ ਉਹ ਮੁਕਾਹ ਵਿੱਚ ਆ ਗਏ ਹੋ, ਮਤਲਬ ਕੋਈ ਨਵੀਂ ਕਿਸੇ ਨਾਲ ਸਾਂਝ ਬਣੀ ਹੈ, ਰਿਲੇਸ਼ਨਸ਼ਿਪ ਬਣ ਰਹੀ ਹੈ, ਬੰਦਾ ਕਹਿੰਦਾ ਯਾ ਆਮ ਓਪਨ ਫॉर ਐਵਰੀਥਿੰਗ, ਚੱਲ ਮੇਰੀ ਗੱਡੀ ਵੀ ਲੈ ਲਾ, ਉਹ ਤੂੰ ਮੇਰੇ ਘਰ ਆ ਕੇ ਸੋਇਆ ਕਰ, ਇਸ ਤਰੀਕੇ ਨਾਲ। ਭਾਈ ਸਲੋ ਪੇਸ ਤੇ, ਸਲੋ ਐਂਡ ਸਟੱਡੀ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਦੇਖ। ਵਰਤੋਂ ਵਿਹਾਰ, ਇਹ ਸਭ ਚੀਜ਼ਾਂ ਜਿਹੜੀਆਂ ਨੇ। ਹੁਣ ਜਦੋਂ ਇਹ ਚੀਜ਼ ਆਈ, ਉਹ ਮੁਕਾਹ ਦੀ ਬਾਤ ਆਈ, ਤਿਬਰ ਬੈਰਾਗ ਦੀ ਅਵਸਥਾ। ਲੋਕੀ ਕਈ ਵਾਰੀ ਧਰਮ ਦਾ ਅਸਲ ਨੁਕਤਾ ਨਿਗਾਹ ਭੁੱਲ ਜਾਂਦੇ ਤੇ ਕੀ ਕਰਦੇ, ਜਿੰਨਾ ਡੇਰਾਵਾਦ ਆ ਸਾਰਾ ਇਹਦੇ ਚੋਂ ਨਿਕਲਿਆ ਸਾਡੇ ਖਿੱਤੇ ਦੇ ਵਿੱਚ। ਕਾਲੇ ਪਏ ਲੋਕ ਜਿਹੜੇ ਨੇ, ਇਮੋਸ਼ਨਲੀ ਸੋਚਿਆ ਬਸ ਆਈ ਰੀਅਲੀ ਵਾਂਟ ਟੂ ਅਚੀਵ ਸਮਥਿੰਗ ਇਨ ਸਪਿਰਿਚੁਅਲਿਟੀ, ਸੋ ਵੇਅਰ ਟੂ ਗੋ। ਬੰਦਿਆਂ ਨੇ ਕਿਹਾ ਸਾਡੇ ਕੋਲ ਆ ਜਾ, ਅਸੀਂ ਰੱਬ ਵਿਖਾ ਦਿਆਂ, ਗੱਲ ਹੀ ਕੁਛ ਨਹੀਂ, ਅਸੀਂ ਤੇ ਜੋੜ ਦਿਆਂਗੇ ਤੈਨੂੰ, ਅਸੀਂ ਤੇ ਜਿਹੜਾ ਹੈਗਾ ਤੇਰਾ ਨੇਤਰ ਖੋਲ ਦਿਆਂਗੇ, ਤੇ ਦਸਮ ਦੁਆਰ ਖੋਲ ਦਿਆਂਗੇ, ਤੇ ਤੈਨੂੰ ਸਿਮਰਨ ਚ ਲੈ ਜਾਵਾਂਗੇ, ਮੈਡੀਟੇਸ਼ਨ, ਸੋ ਮੈਨੀ ਥਿੰਗਸ ਪੀਪਲ ਗੈਟ ਇਨਵੋਲਵਡ। ਤੋ ਇੱਕ ਉਸ ਲੈਵਲ ਤੇ ਚਲੇ ਗਏ ਜਿੱਥੇ ਟੋਟਲੀ ਜਿਹੜੀ ਇਲਿਟਰੇਸ਼ਨ ਆ ਉਹਨਾਂ ਨੂੰ ਹੋਰ ਜ਼ਿਆਦਾ ਪਰੋਸ ਦਿੱਤੀ ਗਈ। ਤੇ ਐਂਡ ਆਫ ਦਾ ਡੇ ਵੱਡੇ ਲੈਵਲ ਤੇ ਜੋ ਗੁਰਮਤਿ ਦੀ ਰੌਸ਼ਨੀ ਤੁਸੀਂ ਕਈ ਵਾਰੀ ਚੀਜ਼ਾਂ ਦੇਖਦੇ, ਤੁਹਾਨੂੰ ਲੱਗਦਾ ਵੀ ਇਸ ਨੌਨਸੈਂਸ, ਇਹ ਸੈਂਸ ਹੀ ਨਹੀਂ ਕਰਦੀ ਕੋਈ ਚੀਜ਼ ਜਿਹੜਾ ਕੁਛ ਕਰ ਰਹੇ ਨੇ, ਜੋ ਕੁਛ ਹੈ, ਪਰ ਟਰੈਪ ਹੋ ਗਏ ਉਸ ਮੁਕਾਹ, ਉਸ ਇਮੋਸ਼ਨਲ ਫੀਲਿੰਗ ਦੇ ਵਿੱਚ। ਗੁਰੂ ਸਾਹਿਬ ਨੇ ਕਿਹਾ ਅਸੁਨ ਪ੍ਰੇਮ ਉਮਾਹੜਾ। ਉਮਾਹ ਕਾਦਾ ਹੈ? ਕਿਉਂ ਮਿਲੀਏ ਹਰ ਜਾਏ। ਕਦੋਂ ਹੋਏ? ਜਦੋਂ ਹਰੀ ਨਾਲ ਮਿਲਾਪ ਹੋ ਜਾਏ, ਜਦੋਂ ਉਹਦੇ ਨਾਲ ਸਾਂਝ ਬਣ ਆਵੇ। ਤੇ ਫਿਰ ਕਿਹਾ ਮਨ ਤਨ ਪਿਆਸ ਦਰਸ਼ਨ ਕਣੀ, ਮਨ ਕਰਕੇ ਤਨ ਕਰਕੇ ਇੰਤਹਾ ਪਿਆਸ ਹੈ, ਕ੍ਰੇਵਿੰਗ, ਜਿਹਦੀ ਉਸ ਰੂਪ ਦੇ ਵਿੱਚ ਬਾਤ ਹੋ ਰਹੀ ਹੈ ਕਿ ਜਿਹੜਾ ਮਨ ਤਨ ਪਿਆਸ ਦਰਸ਼ਨ ਕਣੀ, ਕਿ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਮਨ ਕਰਕੇ ਤਨ ਕਰਕੇ ਮੈਂ ਜੁੜ ਜਾਵਾਂ, ਮੇਰੀ ਸਾਂਝ ਬਣ ਜਾਏ। ਮੈਂ ਤਾਂ ਐਡਿਕਸ਼ਨ 'ਚ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਤੇ ਮੈਂ ਦੇਖ ਰਿਹਾ ਕਿ ਜਿਹੜੀ ਕ੍ਰੇਵਿੰਗ ਹੁੰਦੀ ਹੈ, ਫਿਜ਼ੀਕਲ ਵੀ ਹੁੰਦੀ ਹੈ ਪਰ ਘੱਟ ਹੁੰਦੀ ਹੈ, ਜ਼ਿਆਦਾ ਸਾਈਕੋਲੋਜੀਕਲ ਹੁੰਦੀ ਹੈ। ਫਿਜ਼ੀਕਲ ਤੇ ਕਿਸੇ ਨੂੰ ਥੋੜੀ ਇੰਟਰਵੈਂਸ਼ਨ ਦੀ ਲੋੜ ਹੁੰਦੀ ਹੈ ਕਿ ਇਹਨੂੰ ਕਿਸੇ ਰਿਹੈਬ ਵਿੱਚ ਲੈ ਜਾਓ, ਕੋਈ ਮੈਡੀਕਲ ਇੰਟਰਵੈਂਸ਼ਨ ਕਰਵਾ ਦਿਓ, ਕੋਈ ਜਿਹੜਾ ਕਿਸੇ ਕਿਸਮ ਦੇ ਨਾਲ ਕੋਈ ਸਬਸਟੀਟਿਊਟ ਦਵਾ ਦਿਓ, ਕੋਈ ਐਡਿਕਸ਼ਨ ਕੈਮੀਕਲਸ ਲੈਵਲ ਤੇ।
बट मोस्टली साइकोलॉजिकल है। तो साइकोलॉजिकल दे हालत ये है कि बंदा उस तो बिना कोई सोच ही नहीं सकता। तो ये बाबत भी गल ये है जिहड़ा जे मैं बात कर रहा सीगा कि मैंटल हैल्थ दे विच जो डीप लैवल ते देखोगे हर चीज़ नूं अजकल बड़े सोफिस्टिकेटेड वे दे नाल बड़े डिफरेंट तरीके नाल बयान किया जाता है। असीं कहने आ स्ट्रैस, वो कहते हैं स्ट्रैस दियां भी बन गई ने, एक स्ट्रैस पॉजिटिव हुंदा एक नैगेटिव हुंदा। पॉजिटिव स्ट्रैस होना चंगी गल है, एंग्जाइटी पॉजिटिव ते नैगेटिव हुंदी है, अग्रैशन पॉजिटिव ते नैगेटिव हुंदा है, इन बिन जिहड़ी क्रेविंग है ये भी पॉजिटिव ते नैगेटिव हुंदी है। पॉजिटिव क्रेविंग होनी बड़ी जरूरी है। यदि मैं एग्जाम्पल देना कि तुसीं सवेरे दिन चढ़िया अखां खुलियां ने तो एकदम अखां खुलदियां नाल फूड की क्रेविंग शुरू हो गई है। नॉट बैड, ठीक है, जे किसी ने कई बार बंदा डायबिटीज़ हुंदा है कुछ तरीके खा लवे या उस तरीके नाल है, पर अखां खुलियां ने एकदम तो एकदम अंदर ख्याल आया हाँ अज टाइम नाल अखां खुल गई, 2 घंटे हैगे ने, अज आपां पाठ करते हैं, चलो नितनेम करते हैं। ये पॉजिटिव क्रेविंग है। ये है जिन्हों क्या मन तन प्यास दर्शन घनी। ये कोई उस किस्म की किसी फिजिकल फॉर्म के दर्शन की गल नहीं हो रही। ये तो गुरबाणी ने वार वार क्या कि दर्शन की करोगे, दर्शन रूप नहीं रेख नहीं कोई है तो है नहीं गा, चक्कर चिन्ह अर बरण जात अर पात नहीं जे कोई चक्कर चिन्ह तो दिसता नहीं गा। दर्शन तो एक एहसास है, एक अपने आप दे विच एक डीप अंडरस्टैंडिंग है। तो सानू तो बाणी च महाराज ने बड़ा सिंपल करके कहा कि वाह वाह बाणी निरंकार है, बस आही है तेरे वास्ते, जिस जेवड़ अवर ना कोई। कोई बंदा कहे भी ना फिर रिप्लेस कर देने थां ते कोई मूर्ति ला देने, कोई तेन शक्ल सूर दे देने, कुछ चीज़ कर देने। मैं थोड़ी बात कर रहा सीगा कि बड़े बड़े स्कॉलर लोग भी जड़े ने वो भी या इहदा शिकार हो गए या लोगों ने इहदा शिकार बनाया उन्होंने। पिछली सदी का वन ऑफ द हाईली एजुकेटेड फिलोसफर स्कॉलर बंदा रजनीश, मतलब इतना ज़्यादा मैं समझदा कि जिन्नी बंदे नूं एजुकेशन तालीम हर चीज़ के लैवल से देखो तो स्कॉलर, पर उन्होंने पता लगा भी बाजार दे विच जे कुदना है तो फिर तो प्रॉपर कुदो। तो बाजार विच की बन के कुदया भगवान, क्योंकि भगवान तो लोग लभ रहे हैं ना। सो जे किसी ने दर्शन करने तो मेरे भगवान दे करो ना। सो ये जिहड़ी चीज़ है ये मगर लोगों लगाना इस तरीके दे नाल, गुरु साहब ने कहा ना जिहदे दर्शन करने ने वो अमूरत आ, वो अरूप आ, वो इन्हां मसलियां तो परे है, पर हाँ उन्हें माणिया जा सकता है। बाणी उपदेश शब्द सोझी ਉਹਦੇ जरिए इत्थे क्या मन तन प्यास दर्शन घनी। फिर क्या कोई आण मिलावे माए, कोई आण मिलावे अनोनिमसली एनी वन, कोई मनोपली नहीं ब्राह्मण दी, कोई मनोपली नहीं किसी खास की। गुरु साहब अपनी गल भी नहीं करते भी यू नो इफ यू रियली वांट टू इंजॉय योर स्पिरिचुअलिटी कम टू मी, आई कैन बी ओनली सोर्स फॉर यू। ना ना ना, कोई आण मिलावे, इन्नी ओपननेस बाणी ने, ये ऑटोनमी एक्चुअल लैवल ते बाणी च तुहानू मतलब 1 2 4 नहीं 35 महापुरख एक तो बाद एक। फिर तुसी रीजन लैंगुएज उन्हां दा सोशल स्टेटस हर लैवल ते तुसी देखो कितनी वैरायटी है, किसी तरीके नाल भी लै लो। सो ये सारियां बातां सानू महाराज ने इहदे जरिए भी कही कि भाई गल ये है तुहाडा असल जिहड़ा मसला वो हैगा तुहानू अध्यात्मिक तल दे उत्ते तुहाडी जिहड़ी लोड़ है उहनू पूर्ति ओहदी पूर्ति होए, कोई आण मिलावा ओहदी बात हुई। संत सहाई प्रेम के हों तिनकै लागा पाए। संत सहाई जिहड़े सत नाल आत्मसात रूहां ने वो सहाई ने, वो मददगार ने, वो सोर्सिस ने साडे वास्ते उस रात तुरन वास्ते। ते लिए है अज दे दौर दे विच या पिछले कुछ समय के दौर दे विच चीज़ां बड़ियां पोलिटिसाइज हो गई, करप्ट हो गई। तो करप्ट ते पोलिटिसाइज होने के नाल ये हालत बन गई कि जिहड़ा संत या संतरूपता वाला पक्ष सीगा साडे घर दे विच बहुत एक मतलब बड़ी पदसना योग वाली हालत असी पंजाब विच देखी सारी। उस तरीके नाल जिहड़े लोग क्लेम करते सो कॉल्ड
ਸੰਤ ਅਤੇ ਗੁਰੂ ਡੰਮ ਤੇ ਉਹ ਸਭ ਚੀਜ਼ਾਂ ਹੋ ਗਈਆਂ। ਇਹਦੇ ਨਾਲ ਸਾਡਾ ਇੱਕ ਅੰਦਰ ਆਸਥਾ ਦਾ ਰੂਪ ਵੀ ਟੁੱਟ ਗਿਆ ਵੀ ਇਹ ਸਭ ਪਖੰਡ ਹੀ ਆ, ਡੰਬਰ ਹੀ ਆ। ਤੇ ਇੱਕ ਐਸਾ ਕਲਟ ਸਾਡੇ ਸਾਹਮਣੇ ਆ ਗਿਆ, ਵੱਡੇ ਵੱਡੇ ਡੇਰੇ, ਮਤਲਬ ਇੱਕ ਜਿਹਨੂੰ ਕਹਿ ਲਓ ਕਿ ਵੈਸਟਰਨ ਇੰਟਰਸਟਨਲ ਲਬਰੇਜ਼ ਇੱਕ ਇਹੋ ਜਿਹਾ ਮਾਡਲ ਅਸੀਂ ਦੇਖ ਰਹੇ ਹਾਂ ਜਿਹਦੇ 'ਚ ਬੜੀ ਮਤਲਬ ਅਯਾਸ਼ ਪ੍ਰਸਤਗੀ ਤੇ ਸਭ ਚੀਜ਼ਾਂ ਹਰ ਰੰਗ ਮੌਜੂਦ ਹੈ। ਜਿੰਨਾ ਕਿਹਾ ਜਾ ਉਹਨਾਂ ਥੋੜਾ ਹੈ। ਲੋਕਾਂ ਨੇ ਕਿਹਾ ਕਿ ਇਹ ਗਲਤੀ ਹੈ, ਸਭ ਇਹ ਠੀਕ ਨਹੀਂ ਹੈਗਾ। ਭਾਈ ਗੱਲ ਇਹ ਹੈ, ਜਿਨ੍ਹਾਂ ਦੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੈ, ਜਿਨ੍ਹਾਂ ਦੇ ਕੋਲ ਸਿੱਖੀ ਦਾ ਇੱਕ ਵਧੀਆ ਮਾਡਲ ਆ, ਉਹਨਾਂ ਲਈ ਤਾਂ ਹਰ ਚੀਜ਼ ਨੂੰ ਪਰਖਣਾ ਬੜਾ ਆਸਾਨ ਹੈ, ਕੋਈ ਔਖਾ ਨਹੀਂ ਹੈਗਾ। ਤੇ ਗੁਰੂ ਗ੍ਰੰਥ ਸਾਹਿਬ ਤੇ ਵਾਰ-ਵਾਰ ਹਰ ਚੀਜ਼ ਦੀ ਪਰਿਭਾਸ਼ਾ ਦਿੰਦੇ ਨੇ। ਪਰ ਮੈਂ ਇਤਨੀ ਕੁ ਬੇਨਤੀ ਜ਼ਰੂਰ ਕਰਦਾ ਹਮੇਸ਼ਾ ਕਿ ਸੰਤ ਬਾਹਰ ਲੱਭਣ ਨਾ ਜਾਓ, ਆਪ ਬਣ ਜਾਓ। ਉਹ ਗੁਣ, ਉਹ ਸ਼ੋਭਨਿਕਤਾ ਉਹ ਆਪਣੇ 'ਚ ਲੈ ਕੇ ਆਓ। ਆਪਣੇ ਪਰਿਵਾਰ ਨੂੰ ਸੰਗਤ ਪ੍ਰੋਵਾਈਡ ਕਰੋ, ਆਪਣੇ ਆਲੇ ਦੁਆਲੇ ਨੂੰ ਸੰਗਤ ਪ੍ਰੋਵਾਈਡ ਕਰਾਓ। ਸੋ ਸਾਹਿਬ ਨੇ ਜ਼ਿਕਰ ਕੀਤਾ, ਸੰਤ ਸਹਾਈ ਪ੍ਰੇਮ ਕੇ ਹੋਂ ਤਿਨ ਕਹਿ ਲਾਗਾ ਪਾਏ। ਜਿਹੜੇ ਇਸ ਰਾਹ ਵਿੱਚ ਸਾਡੇ ਸੰਗੀ ਬਣ ਸਕਦੇ ਨੇ, ਸਾਥੀ ਬਣ ਸਕਦੇ ਨੇ, ਸਾਨੂੰ ਲੀਡ ਕਰ ਸਕਦੇ ਨੇ, ਉਹ ਇਹੋ ਜਿਹੀਆਂ ਰੂਹਾਂ ਨੇ। ਅਗਲਾ ਬਚਨ ਹੈ, ਵਿਣ ਪ੍ਰਭ ਕਿਉਂ ਸੁਖ ਪਾਈਆ ਦੂਜੀ ਨਾ ਹੀ ਜਾਏ। ਬਾਕੀ ਅਕਾਲ ਪੁਰਖ ਵਾਹਿਗੁਰੂ ਦੀ ਕੋਈ ਸਬਸਟੀਟਿਊਟ ਨਹੀਂ, ਕੋਈ ਰਿਪਲੇਸਮੈਂਟ ਨਹੀਂ ਹੈ। ਜੋ ਉਹਦਾ ਨਾਮ, ਜੋ ਉਹਦੀ ਆਭਾ, ਜੋ ਉਹਦੀ ਸੰਗਤ, ਜੋ ਉਹਦਾ ਅਹਿਸਾਸ ਬੰਦੇ ਦੀ ਸੁਰਤ 'ਚ ਹੈ, ਉਹੀ ਕਲਿਆਣ ਬੰਦੇ ਦਾ ਕਰ ਸਕਦਾ ਹੈਗਾ। ਜਿਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਘਾਏ। ਜਿਨੇ ਰਸ ਚੱਖ ਲਿਆ ਉਹ ਤ੍ਰਿਪਤ ਹੋ ਗਿਆ, ਆਘਾ ਗਿਆ। ਜਿੰਨੀ ਦੇਰ ਤੱਕ ਬੰਦਾ ਇਸ ਚੀਜ਼ ਨੂੰ ਮਾਣਦਾ ਨਹੀਂ, ਅਹਿਸਾਸਦਾ ਨਹੀਂਗਾ। ਜਿਵੇਂ ਸਪੋਜ਼ ਕਰੋ ਹਰ ਚੀਜ਼ ਦੇ ਇੱਕ ਲੈਵਲ ਹੁੰਦਾ ਆ। ਤੁਸੀਂ ਵੀ ਕਦੀ ਇਸ ਚੀਜ਼ ਨੂੰ ਦੇਖਿਆ ਹੋਏਗਾ, ਕਦੀ ਬੰਦੇ ਨੂੰ ਕਾਰਟੂਨ ਸ਼ੋਜ਼ ਹੁੰਦੇ ਨੇ, ਟੀਵੀ ਦੀ ਸਕਰੀਨ ਹੁੰਦੀ ਹੈ, ਜੇ ਲੱਗਦਾ ਵੀ ਇਹੀ ਜ਼ਿੰਦਗੀ ਹੈ ਮੇਰੀ, ਬਸ ਇਹਦੇ ਬਿਨਾਂ ਤਾਂ ਗੁਜ਼ਾਰਾ ਹੀ ਕੋਈ ਨਹੀਂਗਾ। ਉਹੀ ਬੰਦਾ ਥੋੜ੍ਹਾ ਮੈਚਿਓਰ ਹੋ ਜਾਂਦਾ, ਫਿਰ ਪਤਾ ਲੱਗਦਾ ਕੋਈ ਟੀਵੀ ਚਲਾ ਵੀ ਦੇ ਤਾਂ ਉਹ ਕਹਿੰਦੇ ਛੱਡ ਪਰਾਂ, ਕੀ ਖੱਪ ਖਾਨਾ ਲਾਇਆ, ਆਮ ਨੋਟ ਇੰਟਰਸਟਡ ਇਨ ਦੈਟ। ਵਾਟ? ਪਰ ਤੂੰ ਤਾਂ ਰਹਿੰਦਾ ਨਹੀਂ ਸੀ ਇੱਕ ਮਿੰਟ ਲਈ ਵੀ। ਭਾਈ ਇਹ ਹੈ ਮੈਚਿਓਰਿਟੀ। ਇਸ ਤਰੀਕੇ ਨਾਲ ਇਨ ਬਿਨ ਆਰ ਖੁਰਾਕ, ਰਹਿਣ ਸਹਿਣ, ਹਰ ਚੀਜ਼ ਦੇ ਵਿੱਚ ਫਿਰ ਇੱਕ ਐਸੀ ਚਿਗਾ ਵੀ ਆਉਂਦੀ ਜਿੱਥੇ ਜਾ ਕੇ ਸਾਹਿਬ ਨੇ ਕਿਹਾ, ਜਿਨੀ ਚਾਖਿਆ ਪ੍ਰੇਮ ਰਸ। ਜਦੋਂ ਪ੍ਰੇਮਾ ਭਗਤੀ ਦਾ ਇੱਕ ਰੰਗ ਚੜ ਗਿਆ, ਬੰਦਾ ਈਰਖਾ, ਦਵੈਖ, ਨਫ਼ਰਤ, ਸਾੜੇ, ਗੁੱਸਾ, ਕ੍ਰੋਧ, ਚੁਗਲੀ, ਬਖੀਲਗੀ, ਇਹਨਾਂ ਸਭ ਚੀਜ਼ਾਂ ਦੇ ਇਹਨਾਂ ਨੂੰ ਪਿੱਛੇ ਛੱਡ ਦੇਣਾ ਨਾ। ਆਈ ਡੋਂਟ ਵਾਂਟ ਟੂ ਐਕਚੁਅਲੀ talk about it. I cannot listen it. I cannot tolerate it. Just if anybody want to talk to me, talk something meaningful. ਰਸ ਆ ਗਿਆ ਉਹਨਾਂ ਦਾ। ਹੁਣ ਸਭ ਚੀਜ਼ਾਂ ਨੌਨਸੈਂਸ ਲੱਗ ਗਈਆਂ ਵੀ ਇਹ ਬੇਕਾਰ ਹੀ ਹੈ। ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਘਾਏ। ਅੰਦਰ ਦੀ ਫੁਲਫਿਲਮੈਂਟ ਹੋ ਗਈ। ਤ੍ਰਿਪਤ ਰਹੇ ਆਘਾਏ ਦਾ ਮਾਇਨਾ ਇਹ ਹੈ, ਆਪ ਤਿਆਗ ਬੇਨਤੀ ਕਰੇ ਲਿਹੋ ਪ੍ਰਭੂ ਲੜ ਲਾਏ। ਰਹਿਸੀ ਹਾਲਤ ਵੀ ਹੈ, ਆਪਣਾ ਆਪਾ ਤਿਆਗ ਕੇ ਪ੍ਰਭੂ ਅੱਗੇ ਅਰਦਾਸਾਂ ਕਰਨੀਆਂ ਦਾਤਾ। ਅਦਰਵਾਈਜ਼ ਅਸੀਂ ਬੜੇ ਸਵਾਰਥੀ ਹੋ ਕੇ ਗੱਲ ਕਰਦੇ ਹਾਂ। ਅਰਦਾਸ ਵੀ ਸਾਡੀ ਇਹ ਹੁੰਦੀ ਹੈ ਕਿ ਜੋ ਮਿਲੇ ਮੈਨੂੰ ਹੀ ਮਿਲੇ। ਸਭ ਇੱਥੇ ਆਪ ਤਿਆਗ, ਟੋਟਲੀ ਕੰਪਲੀਟ ਡੈਡੀਕੇਸ਼ਨ ਵਿੱਚ ਆ ਗਿਆ। ਇੱਕੋ ਹੀ ਲਿਹੋ ਪ੍ਰਭੂ ਲੜ ਲਾਏ, ਆਪਣਾ ਲੜ ਫੜਾ ਦੇ। ਬਸ ਜ਼ਿੰਦਗੀ ਦੀ ਚੋਇਸਿਸ ਠੀਕ ਹੋਣ, ਰਾਹ ਸਹੀ ਤੇ ਤੁਰੀ ਚੱਲਣਾ। ਬਸ ਕਾਦਰ ਜੋ ਤੈਨੂੰ ਭਾਵੇ, ਰਜ਼ਾ ਚ ਰਾਜ਼ੀ ਰੱਖੀ, ਉਹਦੀ ਬਾਤ ਹੋ ਰਹੀ ਹੈ। ਅਗਲਾ ਬਚਨ ਹੈ, ਜੋ ਹਰ ਕੰਤ ਮਿਲਾਈਆਂ ਸੇ ਵਿਛੁੜ ਕਦੇ ਨਾ ਚਾਹੇ। ਜਿਨ੍ਹਾਂ ਨੂੰ ਉਹ ਹਰੀ ਕੰਤ ਆਪਣੇ ਨਾਲ ਮਿਲਾ ਲੈਂਦਾ, ਫਿਰ ਵਿਛੋੜੇ ਨਹੀਂ ਉਹਨਾਂ ਵਾਸਤੇ। ਪ੍ਰਭਵਿਣ ਦੂਜਾ ਕੋ ਨਹੀਂ ਨਾਨਕ ਹਰਿ ਸ਼ਰਨਾਏ। ਇਹ ਨਾਨਕ ਕਹਿ ਸਾਡਾ ਹੋਰ ਕੋਈ ਸਹਾਰਾ ਵੀ ਨਹੀਂ ਉਸ ਤੋਂ ਬਿਨਾਂ। ਅੱਸੂ ਸੁਖੀ ਵਸੰਦੀਆਂ ਜਿਨ੍ਹਾਂ ਮਾਇਆ ਹਰ ਰਾਏ। ਮਾਇਆ ਦਾ ਮਤਲਬ ਦਇਆ ਹੈ। ਉਹ ਜੀਵਾਤਮਾਵਾਂ ਅੱਸੂ ਦੇ ਮਹੀਨੇ 'ਚ ਸੁਖੀ ਵਸਦੀਆਂ ਨੇ, ਆ ਜੀਵਨ ਰੂਪ ਅੱਸੂ ਵਿੱਚ ਸੁਖੀ ਵਸਦੀਆਂ ਨੇ, ਜਿਨ੍ਹਾਂ 'ਤੇ ਅਕਾਲ ਪੁਰਖ ਵਾਹਿਗੁਰੂ ਆਪ ਤਰਸ ਕਰ ਦਿੰਦਾ, ਦਇਆ ਕਰ ਦਿੰਦਾ। ਅਤੇ ਸਾਡੀ ਵੀ ਅਰਦਾਸ ਹੈ, ਦਾਤਾ ਤਰਸ ਕਰੀ, ਸਾਡੀ ਸੁਰਤ ਵੀ ਤੇਰੇ ਅਹਿਸਾਸ ਵਿੱਚ ਜੀਏ, ਤੇਰੇ ਅਹਿਸਾਸ ਵਿੱਚ ਰਵੇ ਅਤੇ ਤੇਰੇ ਅਹਿਸਾਸ ਵਿੱਚ ਹੀ ਇੱਥੋਂ ਵਿਦਾ ਹੋਏ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਭੁੱਲਾਂ ਗਲਤੀਆਂ ਨਾ ਚਤਾਰਿਓ ਜੇ। ਇੱਥੇ ਹੀ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।